मैं MP ਸਿੰਘ ਗੁਰਾਇਆ। ਸਭ ਤੋਂ ਪਹਿਲਾਂ ਪੂਰੇ ਭਾਰਤ ਵਰਸ਼ ਦੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ 2020 ਦਾ ਜਿਹੜਾ ਸਾਲ ਸੀ ਬਹੁਤ ਦੁੱਖਾਂ ਭਰਿਆ ਸੰਘਰਸ਼ਮਈ ਸਾਲ ਰਿਹਾ। ਔਰ ਆਉਣ ਵਾਲਾ ਜਿਹੜਾ ਸਾਲ ਹੈ 2021, ਪਰਮਾਤਮਾ ਸਾਰੇ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਹਰ ਪਰਿਵਾਰ ਦੇ ਅੰਦਰ ਖੁਸ਼ੀ ਦੇ ਚਿਰਾਗ ਜਗਣ। ਇਹ ਮੇਰੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਆ। ਸੋ ਨਵੇਂ ਸਾਲ ਦੀ ਜਿਹੜੀ ਅਸੀਂ 1 ਜਨਵਰੀ ਮਨਾਉਂਦੇ ਹਾਂ, ਇਸ 1 ਜਨਵਰੀ ਦਾ ਇੱਕ ਹੋਰ ਬੜਾ ਖਾਸ ਮਹੱਤਵ ਆ ਕਿ 1 ਜਨਵਰੀ 1818 ਨੂੰ ਭੀਮਾ ਕੋਰੇਗਾਂਵ ਯੁੱਧ ਹੋਇਆ ਸੀ। ਉਸ ਵੇਲੇ ਬ੍ਰਿਟਿਸ਼ ਹਕੂਮਤ ਹੋਇਆ ਕਰਦੀ ਸੀ ਈਸਟ ਇੰਡੀਆ ਕੰਪਨੀ ਦੇ ਵਿੱਚ। ਔਰ ਦੂਸਰੇ ਪਾਸੇ ਬਾਜੀਰਾਓ ਪੇਸ਼ਵਾ ਜਿਹੜੇ ਕਿ ਬਹੁਤ ਵੱਡੇ ਇੱਕ ਯੋਧਾ ਰਹੇ ਆ, ਔਰ ਉਹਨਾਂ ਦੇ ਅੰਦਰ ਬ੍ਰਾਹਮਣਵਾਦੀ ਸਿਸਟਮ ਬਹੁਤ ਜ਼ਿਆਦਾ ਸੀ। ਔਰ ਉਸ ਸੋਚ ਨੂੰ ਲੈ ਕੇ ਜਿਹੜੇ ਆਦਿਵਾਸੀ ਲੋਕ ਸੀ ਜਿਹੜੇ ਕਿ ਮਹਾਰ ਜਾਤੀ ਦੇ ਨਾਲ ਸੰਬੰਧਿਤ ਸੀ, ਉਹਨਾਂ ਲੋਕਾਂ ਨੂੰ ਉਹਨਾਂ ਨੇ ਇੱਕ ਵਾਰ ਲਿਖ ਕੇ ਵੀ ਦਿੱਤਾ ਸੀ ਕਿ ਅਸੀਂ ਤੁਹਾਡੀ ਜਿਹੜੀ ਆ ਸੈਨਿਕ ਜਿਹੜੀ ਫੌਜ ਹੈ ਉਹਦੇ ਵਿੱਚ ਅਸੀਂ ਸ਼ਾਮਲ ਹੋਣਾ ਚਾਹੁੰਦੇ ਹਾਂ। ਮਗਰ ਉਹਨਾਂ ਲੋਕਾਂ ਦੇ ਵਿੱਚ ਬ੍ਰਾਹਮਣਵਾਦੀ ਸੋਚ ਹੋਣ ਕਰਕੇ ਉਹਨਾਂ ਨੇ ਮਹਾਰ ਜਾਤੀ ਦੇ ਲੋਕਾਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਔਰ ਉਸ ਤੋਂ ਬਾਅਦ ਜਦੋਂ ਈਸਟ ਇੰਡੀਆ ਕੰਪਨੀ ਭਾਰਤ ਦੇ ਵਿੱਚ ਆਈ ਤਾਂ ਉਹਨਾਂ ਨੇ ਦੇਖਿਆ ਕਿ ਇਹ ਜਿਹੜਾ ਬਾਜੀਰਾਓ ਪੇਸ਼ਵਾ ਆ ਔਰ ਪੇਸ਼ਵਾ ਸੈਨਿਕ ਜਿਹੜੇ ਇਹਨਾਂ ਦੀ ਜਿਹੜੀ ਫੌਜ ਸੀ ਉਹਦੇ ਵਿੱਚ 28,000 ਫੌਜ ਸੀ, ਜਿਹਦੇ ਵਿੱਚ 20,000 ਘੋੜਸਵਾਰ ਸੀਗੇ ਅਤੇ 8,000 ਦੇ ਕਰੀਬ ਜਿਹੜੇ ਲੋਕ ਪੈਦਲ ਚੱਲਣ ਵਾਲੇ ਸੈਨਿਕ ਸੀ। ਅਤੇ ਮਹਾਰ ਜਾਤੀ ਦੇ ਜਿਹੜੇ ਲੋਕ ਜਿਨ੍ਹਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਸੀ, ਉਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾਂਦਾ ਸੀ, ਤਾਂ ਅੰਗਰੇਜ਼ਾਂ ਦੀ ਨਜ਼ਰ ਉਹਨਾਂ ਲੋਕਾਂ 'ਤੇ ਪਈ ਜਿਨ੍ਹਾਂ ਨੇ ਪੇਸ਼ਵਾ ਜਿਹੜੀ ਸੈਨਿਕ ਸੀ ਉਹਨਾਂ ਨੂੰ ਆਪਣੇ ਫੌਜ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ। ਈਸਟ ਇੰਡੀਆ ਕੰਪਨੀ ਦੇ ਵਿੱਚ 500 ਮਹਾਰ ਜਾਤੀ ਦੇ ਜਿਹੜੇ ਸਾਡੇ ਯੋਧਾ ਸੀ ਉਹ ਸ਼ਾਮਲ ਹੋਏ ਔਰ ਉਹਨਾਂ ਨੇ ਪ੍ਰੋਪਰ ਉਹਨਾਂ ਨੇ ਟ੍ਰੇਨਿੰਗ ਲਈ। ਔਰ ਤੁਸੀਂ ਇਹ ਹੈਰਾਨ ਹੋ ਜਾਓਗੇ ਕਿ 1 ਜਨਵਰੀ 1818 ਨੂੰ ਉਹਨਾਂ ਨੇ ਜਿਹੜਾ ਉਹ ਯੁੱਧ ਲੜਿਆ, ਉਹ ਬਹੁਤ ਵੱਡਾ ਯੁੱਧ ਲੜਿਆ। ਔਰ ਜਿਹੜਾ ਬਾਜੀਰਾਓ ਪੇਸ਼ਵਾ ਜਿਹੜੀ ਸੈਨਿਕ ਸੀ ਉਹ 28,000 ਨੂੰ ਧੂਲ ਚਟਾਤੀ ਉਹਨਾਂ ਨੇ। ਔਰ ਇਸ ਯੁੱਧ ਦੇ ਕਰਕੇ ਹੀ ਅੱਜ ਅਸੀਂ 1 ਜਨਵਰੀ ਨੂੰ ਜਿਹੜਾ ਇਸ ਦਿਨ ਨੂੰ ਅਸੀਂ ਬਹੁਤ ਜਾਹੋ ਜਲਾਲ ਤਰੀਕੇ ਦੇ ਨਾਲ ਮਨਾਉਂਦੇ ਹਾਂ, ਕਿਉਂਕਿ ਜਿਹੜੀ ਡਿਸਕ੍ਰਿਮੀਨੇਸ਼ਨ ਸਾਡੇ ਸਮਾਜ ਵਿੱਚ ਹੁੰਦੀ ਸੀ, ਧਰਮੀ ਬਾਲਮੀਕੀ ਮਜ਼੍ਹਬੀ ਜਿਨ੍ਹਾਂ ਨੂੰ ਅਛੂਤ ਟੱਚੇਬਲ ਔਰ ਅਨਟੱਚੇਬਲ ਕਿਹਾ ਜਾਂਦਾ ਸੀ, ਬੈਕਵਰਡ ਕਲਾਸਿਸ ਦੇ ਲੋਕ ਜਿਨ੍ਹਾਂ ਨੂੰ ਛੂਹਿਆ ਜਾ ਸਕਦਾ ਸੀ, ਔਰ ਜਿਹੜੇ ਧਰਮੀ ਬਾਲਮੀਕੀ ਮਜ਼੍ਹਬੀ ਸੀ ਉਹ ਅਨਟੱਚੇਬਲ ਸੀ, ਉਹਨਾਂ ਨੂੰ ਛੂਹ ਕੇ ਬੰਦਾ ਕਹਿੰਦਾ ਸੀ। ਬ੍ਰਾਹਮਣਵਾਦੀ ਜਿਹੜੇ ਲੋਕ ਸੀ ਉਹ ਵੀ ਅਸੀਂ ਭਿੱਟ ਹੋ ਜਾਂਦੇ ਹਾਂ। ਉਹਨਾਂ ਦੇ ਮੂਹਰੇ ਇੱਥੇ ਇੱਕ ਤੌੜੀ ਲਾਈ ਹੁੰਦੀ ਸੀ, ਪਿੱਛੇ ਝਾੜੂ ਬੰਨ੍ਹਿਆ ਹੁੰਦਾ ਸੀ। ਸੋ ਉਹ ਚੀਜ਼ਾਂ ਨੂੰ ਲਹਾਣ ਲਈ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਿਹੜੀ ਸੀ ਅੰਗਰੇਜ਼ਾਂ ਨੇ ਉਹਨਾਂ ਨੂੰ ਆਪਣੀ ਯੂਨਿਟ ਦੇ ਵਿੱਚ ਉਹਨਾਂ ਨੂੰ ਫੌਜ ਵਿੱਚ ਭਰਤੀ ਕੀਤਾ। ਔਰ 500 ਜਿਹੜੇ ਸਾਡੇ ਉਹ ਸਿਪਾਹ ਸਲਾਰ ਜਿਹੜੇ ਯੋਧੇ ਸੀ ਉਹਨਾਂ ਨੇ ਉਹ ਜੰਗ ਲੜੀ ਔਰ ਲੜ ਕੇ ਉਹਨੂੰ ਫਿਰ ਉਹ ਫਤਿਹ ਕੀਤਾ ਔਰ ਜਿੱਤਿਆ। ਸੋ 1 ਜਨਵਰੀ ਦਾ ਜਿਹੜਾ ਇਹ ਮਹੱਤਵ ਹੈ ਇਹ ਪੂਰੇ ਦਲਿਤ ਸਮਾਜ ਵਾਸਤੇ, ਪਿਛੜੀ ਜਾਤੀ ਦੇ ਲੋਕਾਂ ਲਈ ਬਹੁਤ ਮਹੱਤਵਪੂਰਨ ਇਹ ਹੈਗਾ ਇਹ ਦਿਨ। ਇਸ ਕਰਕੇ ਜਦੋਂ ਨਵਾਂ ਵਰ੍ਹਾ ਚੜ੍ਹਦਾ ਅਸੀਂ ਉਹਨਾਂ ਨੂੰ ਵੀ ਸੈਲਿਊਟ ਕਰਦੇ ਹਾਂ। ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਵੀ ਜਦੋਂ ਇਸ ਧਰਤੀ 'ਤੇ ਉਹ ਜੀਵਨ ਜੀ ਰਹੇ ਸੀ ਅਤੇ ਉਹ ਹਰ ਸਾਲ ਆਏ, ਹਰ ਸਾਲ ਜਦੋਂ ਵੀ ਜਾਂਦੇ ਸੀ ਭੀਮਾ ਕੋਰੇਗਾਂਵ ਉੱਥੇ ਯੁੱਧ ਸਥਲ ਦੇ ਉੱਥੇ ਜਿਹੜਾ ਅੰਗਰੇਜ਼ਾਂ ਨੇ ਇੱਕ ਸਮਾਰਕ ਬਣਾਇਆ ਸੀ, ਜਿਸ ਸਮਾਰਕ ਨੂੰ ਕੋਰੇਗਾਂਵ ਸਤੰਭ ਵੀ ਕਿਹਾ ਜਾਂਦਾ। ਸੋ ਉਸ ਸਤੰਭ 'ਤੇ ਜਾ ਕੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਖੁਦ ਨਤਮਸਤਕ ਹੁੰਦੇ ਸੀ। ਔਰ ਜਿਹੜੇ ਵੀਰ ਸੈਨਿਕ ਸਾਡੇ ਜਿਹੜੇ ਮਹਾਰ ਜਾਤੀ ਦੇ ਸੀ, ਜਿਹੜੇ ਉਹ ਸ਼ਹੀਦ ਹੋ ਗਏ, ਜਿਨ੍ਹਾਂ ਨੇ ਲੜਾਈ ਲੜੀ, ਉਹਨਾਂ ਨੂੰ ਜਾ ਕੇ ਉੱਥੇ ਉਹ ਸ਼ਰਧਾਂਜਲੀ ਵੀ ਅਰਪਿਤ ਕਰਦੇ ਹੁੰਦੇ ਸੀ। ਸੋ ਇਸ ਕਰਕੇ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਔਰ ਸਾਰੇ ਬਹੁਜਨ ਸਮਾਜ ਦੇ ਵੱਲੋਂ 1 ਜਨਵਰੀ ਨੂੰ ਭੀਮਾ ਕੋਰੇਗਾਂਵ ਯੁੱਧ ਨੂੰ ਸਮਰਪਿਤ ਹੋ ਕੇ ਉਸ ਸਥਾਨ ਨੂੰ ਨਤਮਸਤਕ ਹੋ ਕੇ ਮੈਂ ਸ਼ਰਧਾਂਜਲੀ ਵੀ ਅਰਪਿਤ ਕਰਦਾ। ਔਰ ਨਵੇਂ ਸਾਲ ਦੀ ਵੀ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ। ਪਰਮਾਤਮਾ ਹਰੇਕ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਔਰ ਸਮਾਜ ਦੀ ਸੇਵਾ ਕਰੇ। ਪੂਰੇ ਦੇਸ਼ ਦੇ ਅੰਦਰੋਂ ਡਿਸਕ੍ਰਿਮੀਨੇਸ਼ਨ ਉਹ ਖਤਮ ਹੋਵੇ।
ਮਾਨਵਤਾਵਾਦੀ ਰਾਜ ਸਥਾਪਿਤ ਹੋਵੇ, ਜਿਹੜਾ ਬ੍ਰਾਹਮਣ ਜਾਂ ਮਨੁ ਸਿਮਰਤੀ ਨੇ ਸਾਡੇ ਦੇਸ਼ ਦੇ ਅੰਦਰ ਜਾਤ ਪਾਤ ਦਾ ਜਿਹੜਾ ਇਹ ਕੀੜਾ ਪੈਦਾ ਕੀਤਾ, ਇਹ ਕੀੜੇ ਦਾ ਨਾਸ਼ ਹੋਵੇ ਔਰ ਸਾਰੇ ਆਪਸ ਵਿੱਚ ਮਿਲ ਬੈਠ ਕੇ ਇੱਕ ਜਗ੍ਹਾ ਬੈਠ ਕੇ ਆਪਣੀਆਂ ਗੱਲਬਾਤ ਵਿਚਾਰ ਚਰਚਾ ਔਰ ਸਾਂਝ ਪਿਆਰ ਜਿਹੜਾ ਉਹ ਪੱਕਾ ਕਰ ਸਕੇ। ਸੋ ਮੈਂ ਆਪਣੇ ਵੱਲੋਂ ਉਸ 1 ਜਨਵਰੀ 1818 ਦੇ ਯੁੱਧ ਨੂੰ ਦੇਖਦੇ ਹੋਏ ਮਹਾਰ ਜਾਤੀ ਦੇ ਜਿਹੜੇ ਸਾਡੇ ਯੋਧੇ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦਾ ਔਰ ਨਵੇਂ ਸਾਲ ਦੀ ਸਾਰਿਆਂ ਪੂਰੇ ਦੇਸ਼ ਵਾਸੀਆਂ ਨੂੰ, ਪੂਰੇ ਸੰਸਾਰ ਵਾਸੀਆਂ ਨੂੰ ਮੈਂ ਵਧਾਈ ਵੀ ਦਿੰਦਾ। ਧੰਨਵਾਦ। ਜੈ ਭੀਮ, ਜੈ ਭਾਰਤ।